ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਮੀਡੀਵਲ ਹਿਸਟਰੀ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਮੁਗਲ ਐਮਪਾਇਰ ਬਾਰੇ ਕਵਰ ਕਰਾਂਗੇ। ਇਸ ਤੋਂ ਪਹਿਲਾਂ ਆਪਣੀਆਂ ਮੀਡੀਵਲ ਹਿਸਟਰੀ ਦੀਆਂ 5 ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਦਿੱਲੀ ਸਲਤਨਤ ਦੀਆਂ 5 ਡਾਇਨੈਸਟੀਜ਼ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਮੀਡੀਵਲ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੁਗਲ ਸਲਤਨਤ ਬਾਰੇ ਕਵਰ ਕਰਾਂਗੇ। ਮੁਗਲ ਸਲਤਨਤ ਦੇ ਪਹਿਲੇ ਬਾਦਸ਼ਾਹ ਜੋ ਕਿ ਮੁਗਲਿਆ ਸਲਤਨਤ ਦੇ ਫਾਊਂਡਰ ਵੀ ਮੰਨੇ ਜਾਂਦੇ ਨੇ, ਜਿਨ੍ਹਾਂ ਦਾ ਨਾਮ ਹੈ ਬਾਬਰ। ਤਾਂ ਬਾਬਰ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਅੱਜ ਦੀ ਪਹਿਲੀ ਸਲਾਈਡ ਤੋਂ। ਤਾਂ ਸਲਾਈਡਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ ਅਤੇ ਐਂਡ ਦੇ ਉੱਤੇ ਆਪਾਂ MCQ ਕਵਰ ਕਰਦੇ ਹਾਂ, ਜਿਹਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੇ ਪਹਿਲੇ ਪੁਆਇੰਟ ਤੋਂ। ਪਹਿਲਾ ਜਿਹੜਾ ਪੁਆਇੰਟ ਹੈ ਬਾਬਰ ਦੇ ਬਾਰੇ, ਜਿਹੜਾ ਆਪਾਂ ਨੂੰ ਅਕਸਰ ਹੀ ਪੁੱਛ ਲਿਆ ਜਾਂਦਾ ਪੇਪਰਾਂ ਦੇ ਵਿੱਚ ਕਿ ਬਾਬਰ ਦਾ ਪੂਰਾ ਨਾਮ ਕੀ ਹੈ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ। ਠੀਕ ਹੈ ਜੀ, ਤਾਂ ਬਾਬਰ ਦਾ ਇਹ ਪੂਰਾ ਨਾਮ ਹੈ, ਕਈ ਵਾਰੀ ਪੇਪਰਾਂ 'ਚ ਪੁੱਛਿਆ ਵੀ ਗਿਆ। ਤਾਂ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ, ਬਾਬਰ ਦਾ ਪੂਰਾ ਨਾਮ ਹੈ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਬਾਏ ਚਾਂਸ ਤੁਹਾਨੂੰ ਪੁੱਛ ਲਿਆ ਜਾਂਦਾ ਕਿਉਂਕਿ ਹੁਣ ਜਿਹੜੇ ਪੇਪਰ ਦਾ ਲੈਵਲ ਹੈ ਬਹੁਤ ਮੋਡਰੇਟ ਲੈਵਲ ਦਾ ਆਉਂਦਾ, ਆਪਾਂ ਨੂੰ ਮਤਲਬ ਬਹੁਤ ਡੀਪਲੀ ਪੁੱਛ ਲਿਆ ਜਾਂਦਾ ਹੈ। ਤਾਂ ਤੁਹਾਨੂੰ ਜਨਮ ਵੀ ਪਤਾ ਹੋਣਾ ਚਾਹੀਦਾ ਬਾਬਰ ਦਾ ਕਦੋਂ ਹੋਇਆ। ਤਾਂ ਇਹਦਾ ਜਨਮ ਹੋਇਆ 14 ਫਰਵਰੀ 1483 ਈਸਵੀ ਨੂੰ ਹੋਇਆ ਸੀ। ਇਹਦਾ ਜਨਮ 14 ਫਰਵਰੀ 1483 ਈਸਵੀ ਨੂੰ ਕਿੱਥੇ ਹੋਇਆ ਸੀ? ਫਰਗਨਾ ਵਿਖੇ। ਠੀਕ ਹੈ ਜੀ, ਫਰਗਨਾ ਵਿਖੇ। ਫਰਗਨਾ ਕਿੱਥੇ ਹੈ? ਫਰਗਨਾ ਇੱਕ ਵੈਲੀ ਹੈ ਉਜ਼ਬੇਕਿਸਤਾਨ ਦੇ ਵਿੱਚ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਫਰਗਨਾ ਵੈਲੀ ਉਜ਼ਬੇਕਿਸਤਾਨ ਦੇ ਵਿੱਚ ਇਹਦਾ ਜਨਮ ਹੋਇਆ ਸੀ 14 ਫਰਵਰੀ 1483 ਈਸਵੀ ਨੂੰ। ਠੀਕ ਹੈ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਇਹਦੇ ਮਦਰ ਅਤੇ ਫਾਦਰ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹਦੀ ਮਦਰ ਦਾ ਜਿਹੜਾ ਨਾਮ ਸੀ ਕੁਤਲੁਗ ਨਿਗਰ ਖਾਨਮ। ਠੀਕ ਹੈ ਜੀ, ਬਹੁਤ ਰੇਅਰਲੀ ਪੁੱਛਿਆ ਜਾਂਦਾ, ਵੈਸੇ ਤਾਂ ਬਹੁਤ ਘੱਟ ਚਾਂਸ ਨੇ ਕਿ ਤੁਹਾਨੂੰ ਇਹਦੇ ਮਾਤਾ ਪਿਤਾ ਦੇ ਨਾਮ ਪੁੱਛਣਗੇ, ਬਟ ਬਾਏ ਚਾਂਸ ਤੁਹਾਨੂੰ ਆ ਵੀ ਸਕਦਾ ਇਹ ਕੁਐਸਚਨ। ਠੀਕ ਹੈ ਜੀ, ਤਾਂ ਤੁਹਾਨੂੰ ਹਰ ਇੱਕ ਜਿਹੜਾ ਫੈਕਟ ਹੈ ਬਾਬਰ ਦੇ ਨਾਲ ਰਿਲੇਟਡ ਉਹ ਤੁਹਾਨੂੰ ਕਲੀਅਰ ਕਰਨਾ ਪਊਗਾ ਕਿਉਂਕਿ ਬਾਬਰ ਬਹੁਤ ਫੇਮਸ ਜਿਹੜਾ ਬਾਦਸ਼ਾਹ ਰਿਹਾ, ਫਾਊਂਡਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੁਗਲਿਆ ਸਲਤਨਤ ਦਾ। ਠੀਕ ਹੈ, ਤਾਂ ਕਰਕੇ ਤੁਹਾਨੂੰ ਬਾਬਰ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛੇ ਜਾ ਸਕਦੇ ਹੈ। ਤਾਂ ਇਹਨਾਂ ਜਿਹੜਾ ਬਾਬਰ ਦੀ ਮਦਰ ਹੈ ਇਹਦਾ ਨਾਮ ਸੀਗਾ ਕੁਤਲੁਗ ਨਿਗਰ ਖਾਨਮ, ਅਤੇ ਇਹਦੇ ਪਿਤਾ ਦਾ ਨਾਮ ਸੀ ਉਮਰ ਸ਼ੇਖ ਮਿਰਜ਼ਾ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਉਮਰ ਸ਼ੇਖ ਮਿਰਜ਼ਾ ਇਹਦੇ ਪਿਤਾ ਦਾ ਨਾਮ ਸੀ। ਤਾਂ ਹਰ ਇੱਕ ਫੈਕਟ ਤੁਹਾਡਾ ਕਲੀਅਰ ਹੋਣਾ ਚਾਹੀਦਾ ਕਿਉਂਕਿ ਕੁਐਸਚਨ ਤੁਹਾਨੂੰ ਕਿਤੋਂ ਵੀ ਪੁੱਟ ਕਰ ਸਕਦੇ ਨੇ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਆਤਮ ਕਥਾ। ਇਹਦੀ ਆਟੋਬਾਇਓਗ੍ਰਾਫੀ ਤੁਹਾਨੂੰ ਪੁੱਛ ਲਈ ਜਾਂਦੀ ਹੈ। ਤਾਂ ਇਹਦੀ ਜਿਹੜੀ ਆਟੋਬਾਇਓਗ੍ਰਾਫੀ ਉਹਦਾ ਨਾਮ ਹੈ ਬਾਬਰਨਾਮਾ। ਠੀਕ ਹੈ ਜੀ, ਜਿਹੜੀ ਇਹਨੇ ਖੁਦ ਨੇ ਲਿਖੀ ਸੀ, ਅਤੇ ਇਹ ਤੁਰਕੀ ਲੈਂਗੁਏਜ ਦੇ ਵਿੱਚ, ਤੁਰਕ ਲੈਂਗੁਏਜ ਦੇ ਵਿੱਚ ਲਿਖੀ ਸੀ, ਟਰਕਿਸ਼ ਲੈਂਗੁਏਜ ਦੇ ਵਿੱਚ, ਤੁਰਕੀ ਭਾਸ਼ਾ ਜਿਹਨੂੰ ਆਪਾਂ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਜਦੋਂ ਤੁਸੀਂ ਇਹਨੂੰ ਗੂਗਲ ਦੇ ਵਿੱਚ ਸਰਚ ਕਰੋਗੇ ਤਾਂ ਇਹ ਤੁਹਾਨੂੰ ਪਰਸ਼ੀਅਨ ਲੈਂਗੁਏਜ ਦਿਖਾਊਗਾ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਜਿਹੜੀ ਇਹਦੀ ਮਤਲਬ ਆਟੋਬਾਇਓਗ੍ਰਾਫੀ ਹੈ ਤਾਂ ਪਰਸ਼ੀਅਨ ਲੈਂਗੁਏਜ ਦੇ ਵਿੱਚ ਇਹ ਤੁਹਾਨੂੰ ਦਿਖਾਊਗਾ, ਬਟ ਇਹ ਪਰਸ਼ੀਅਨ ਲੈਂਗੁਏਜ ਦੇ ਵਿੱਚ ਇਹਨੂੰ ਟਰਾਂਸਲੇਟ ਕੀਤਾ ਗਿਆ ਸੀ। ਜਿਹੜੀ ਐਗਜ਼ੈਕਟ ਇਹ ਲਿਖੀ ਗਈ ਹੈ ਤਾਂ ਉਹ ਟਰਕਿਸ਼ ਲੈਂਗੁਏਜ ਦੇ ਵਿੱਚ ਲਿਖੀ ਗਈ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਪੁੱਛ ਲਿਆ ਜਾ ਸਕਦਾ ਤੁਹਾਨੂੰ। ਤਾਂ ਨੀਚੇ ਮੈਂ ਇਹ ਪੁਆਇੰਟ ਮੈਂਸ਼ਨ ਵੀ ਕੀਤਾ ਹੈ ਕਿ ਜਿਹੜਾ ਇਹਦਾ ਅਨੁਵਾਦ ਕੀਤਾ ਗਿਆ, ਜਿਹੜਾ ਤੁਹਾਨੂੰ ਪਰਸ਼ੀਅਨ ਲੈਂਗੁਏਜ ਆਉਂਦਾ ਹੈ ਤਾਂ ਉਹ ਅਨੁਵਾਦ ਕੀਤਾ ਇਹਦਾ ਫਾਰਸੀ ਭਾਸ਼ਾ ਦੇ ਵਿੱਚ, ਅਤੇ ਇਹਦਾ ਨਾਮ ਅਲੱਗ ਤੋਂ ਰੱਖਿਆ ਗਿਆ ਤੁਜ਼ੁਕ-ਏ-ਬਾਬਰੀ। ਠੀਕ ਹੈ ਜੀ, ਤੁਜ਼ੁਕ-ਏ-ਬਾਬਰੀ ਜਦੋਂ ਇਹਦੀ ਟਰਾਂਸਲੇਸ਼ਨ ਕੀਤੀ ਗਈ ਉਸ ਤੋਂ ਬਾਅਦ ਇਹਦਾ ਇਹ ਨਾਮ ਰੱਖਿਆ ਗਿਆ। ਵੈਸੇ ਇਹਦਾ ਜਿਹੜਾ ਮਤਲਬ ਰੀਅਲ ਨੇਮ ਹੈ ਉਹ ਹੈ ਬਾਬਰਨਾਮਾ। ਤਾਂ ਜਦੋਂ ਇਹਨੂੰ ਪਰਸ਼ੀਅਨ ਲੈਂਗੁਏਜ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਤਾਂ ਇਹਦਾ ਨਾਮ ਰੱਖਿਆ ਗਿਆ ਤੁਜ਼ੁਕ-ਏ-ਬਾਬਰੀ। ਠੀਕ ਹੈ ਜੀ, ਤਾਂ ਇਹ ਕਿਹਨੇ ਟਰਾਂਸਲੇਟ ਕੀਤੀ ਹੈ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਇਹ ਕੀਤੀ ਗਈ ਹੈ ਅਬਦੁਲ ਰਹੀਮ ਖਾਨ ਏ ਖਾਨਾ। ਠੀਕ ਹੈ ਜੀ, ਤਾਂ ਅਬਦੁਲ ਰਹੀਮ ਖਾਨ ਏ ਖਾਨਾ ਨੇ ਇਹ ਮਤਲਬ ਟਰਾਂਸਲੇਟ ਕੀਤੀ ਇਹ ਜਿਹੜੀ ਇਹਦੀ ਆਟੋਬਾਇਓਗ੍ਰਾਫੀ ਆ ਬਾਬਰ ਦੀ, ਤਾਂ ਕਿਹੜੀ ਲੈਂਗੁਏਜ ਦੇ ਵਿੱਚ? ਪਰਸ਼ੀਅਨ ਲੈਂਗੁਏਜ ਦੇ ਵਿੱਚ। ਬਟ ਜੇ ਤੁਹਾਨੂੰ ਰੀਅਲ ਪੁੱਛ ਲਿਆ ਜਾਵੇ ਤਾਂ ਇਹ ਟਰਕਿਸ਼ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਬਾਬਰਨਾਮਾ। ਠੀਕ ਹੈ ਜੀ, ਤਾਂ ਇਹ ਪੁਆਇੰਟ ਤੁਸੀਂ ਚੰਗੇ ਤਰੀਕੇ ਨਾਲ ਨੋਟ ਕਰ ਲਿਓ ਕਿਉਂਕਿ ਇਹੀ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਣਗੇ। ਤਾਂ ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ, ਪਹਿਲਾ ਹਮਲਾ ਜਿਹੜਾ ਇਹਨੇ ਕੀਤਾ ਸੀ
1526 ਈਸਵੀ ਦੇ ਵਿੱਚ ਕੀਤਾ ਸੀ। ਠੀਕ ਹੈ ਜੀ, 1526 ਈਸਵੀ ਦੇ ਵਿੱਚ ਪਾਣੀਪਤ ਦੀ ਲੜਾਈ ਜਿਹਨੂੰ ਆਪਾਂ ਕਹਿੰਦੇ ਹਾਂ ਬੈਟਲ ਆਫ ਪਾਣੀਪਤ 1526 ਕਿਹਦੇ ਨਾਲ ਹੋਈ ਸੀ? ਇਬਰਾਹਿਮ ਲੋਧੀ ਨਾਲ। ਤੇ ਇਬਰਾਹਿਮ ਲੋਧੀ ਨੂੰ ਇਹਨੇ ਹਰਾਤਾ ਸੀ। ਠੀਕ ਹੈ ਜੀ, ਤਾਂ ਇਬਰਾਹਿਮ ਲੋਧੀ ਨੂੰ ਇਹਨੇ ਹਰਾਤਾ ਸੀ ਇਹ ਲੜਾਈ ਦੇ ਵਿੱਚ, ਤੇ ਮੁਗਲਿਆ ਸਲਤਨਤ ਦੀ ਸਥਾਪਨਾ ਕਰ ਦਿੱਤੀ ਸੀ। ਅਗਲਾ ਜਿਹੜਾ ਪੁਆਇੰਟ ਹੈ, ਇਹਦੀਆਂ ਮਤਲਬ ਜਿਹੜੀਆਂ 4 ਲੜਾਈਆਂ ਨੇ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਬੈਟਲ ਆਫ ਪਾਣੀਪਤ ਆਪਾਂ ਨੂੰ ਪਤਾ ਹੀ ਹੈ, ਬਹੁਤ ਫੇਮਸ ਹੈ, 1526 ਈਸਵੀ ਦੇ ਵਿੱਚ ਹੋਈ। ਅਗਲੀ ਜਿਹੜੀ ਬੈਟਲ ਇਹਨੇ ਲੜੀ ਉਹ ਸੀਗੀ ਬੈਟਲ ਆਫ ਖਾਨਵਾ, ਜਿਹੜੀ ਕਿ 1527 ਈਸਵੀ ਦੇ ਵਿੱਚ ਲੜੀ। ਕਿਹਦੇ ਵਿਰੁੱਧ ਲੜੀ? ਰਾਣਾ ਸਾਂਗਾ ਦੇ ਵਿਰੁੱਧ, ਤੇ ਰਾਣਾ ਸਾਂਗਾ ਨੂੰ ਵੀ ਇਹਨੇ ਹਰਾਤਾ ਸੀ। ਠੀਕ ਹੈ ਜੀ, ਤਾਂ ਇਹ 4 ਲੜਾਈਆਂ ਦੇ ਵਿੱਚ ਇਹ ਜਿੱਤਿਆ ਸੀ। ਮਤਲਬ ਜਿਹੜਾ ਬਾਬਰ ਸੀ, ਬਾਬਰ ਦੀ ਜਿੱਤ ਹੋਈ ਸੀ, ਤਾਂ ਰਾਣਾ ਸਾਂਗਾ ਨੂੰ ਇਹਨੇ ਹਰਾਇਆ ਸੀ। ਅਗਲੀ ਜਿਹੜੀ ਬੈਟਲ ਹੈ ਬੈਟਲ ਆਫ ਚੰਦੇਰੀ, ਜਿਹੜੀ ਕਿ 1528, ਮਤਲਬ ਲਗਾਤਾਰ ਹੀ ਇਹਨੇ ਲੜਾਈਆਂ ਲੜੀਆਂ ਸੀ। ਚੰਦੇਰੀ ਦੀ ਲੜਾਈ ਜਿਹੜੀ ਕਿ ਲੜੀ ਸੀ ਇਹਨੇ ਮੇਦਨੀ ਰਾਏ ਦੇ ਨਾਲ, ਮੇਦਨੀ ਰਾਏ ਨੂੰ ਵੀ ਇਹਨੇ ਹਰਾਤਾ ਸੀ। ਠੀਕ ਹੈ ਜੀ, ਤਾਂ ਇੱਕ ਤਾਂ ਇਹ ਤੁਹਾਨੂੰ ਤੁਸੀਂ ਮਾਈਂਡ ਦੇ ਵਿੱਚ ਇਹ ਇਮੇਜ ਸੈੱਟ ਕਰ ਲਓ ਕਿ ਜਿਹੜਾ ਬਾਬਰ ਸੀ ਮਤਲਬ ਇਹ ਬਹੁਤ ਸਟਰੋਂਗ ਸੀ, ਇਹ ਬਹੁਤ ਤਕੜਾ ਸੀ, ਕਿਸੇ ਤੋਂ ਇਹ ਹਾਰਦਾ ਨਹੀਂ ਸੀ। ਠੀਕ ਹੈ ਜੀ, ਜਿਹੜੀ ਇਹਦੀ ਪਲੈਨਿੰਗ ਤੇ ਪਲੋਟਿੰਗ ਹੁੰਦੀ ਸੀ ਬਹੁਤ ਤਕੜੀ ਸੀ। ਜਦੋਂ ਇਹ ਯੁੱਧ ਦੇ ਵਿੱਚ ਲੜਦਾ ਸੀ ਤਾਂ ਜਿਹੜਾ ਇਹਦਾ ਯੁੱਧ ਲੜਨ ਦਾ ਤਰੀਕਾ ਸੀ ਉਹ ਸਭ ਤੋਂ ਵੱਖਰਾ ਹੁੰਦਾ ਸੀ, ਬਹੁਤ ਆਧੁਨਿਕ ਤਰੀਕੇ ਨਾਲ ਇਹ ਯੁੱਧ ਲੜਦਾ ਸੀ, ਤਾਂ ਕਰਕੇ ਇਹ ਕੋਈ ਵੀ ਯੁੱਧ ਨਹੀਂ ਹਾਰਿਆ। ਠੀਕ ਹੈ ਜੀ, ਤਾਂ ਕਰਕੇ ਇਹਨੂੰ ਸਟਰੋਂਗ ਮੰਨਿਆ ਜਾਂਦਾ ਕਿਉਂਕਿ ਇਹਦੀ ਪਲੈਨਿੰਗ ਪਲੋਟਿੰਗ ਬਹੁਤ ਤਕੜੀ ਹੁੰਦੀ ਸੀ। ਤਾਂ ਚੰਦੇਰੀ ਦੀ ਲੜਾਈ ਦੇ ਵਿੱਚ ਇਹਨੇ ਮੇਦਨੀ ਰਾਏ ਨੂੰ ਹਰਾਇਆ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਲਾਸਟ ਜਿਹੜੀ ਦੀ ਬੈਟਲ ਸੀਗੀ ਉਹ ਸੀਗੀ ਬੈਟਲ ਆਫ ਘਾਗਰਾ, ਜਿਹਨੂੰ ਘਾਗਰਾ ਦੀ ਲੜਾਈ ਕਿਹਾ ਜਾਂਦਾ 1529 ਈਸਵੀ ਦੇ ਵਿੱਚ। ਤੇ ਇਹਦੇ ਵਿੱਚ ਇਹ ਮਤਲਬ ਅਫਗਾਨ ਫੌਜਾਂ ਸੀਗੀਆਂ, ਕਈ ਅਫਗਾਨ ਫੋਰਸਿਸ ਸੀਗੀਆਂ, ਤੇ ਅਫਗਾਨ ਫੌਜਾਂ ਨੂੰ ਮਤਲਬ ਇਹਨੇ ਬਾਬਰ ਨੇ ਹਰਾਇਆ ਸੀ। ਤੁਸੀਂ ਦੇਖੋ ਇਹ ਕਿੰਨਾ ਸਟਰੋਂਗ ਹੋਊਗਾ। ਠੀਕ ਹੈ ਜੀ, ਤਾਂ ਇਹਦੀ ਪਲੈਨਿੰਗ ਪਲੋਟਿੰਗ ਮਤਲਬ ਇਹ ਬਹੁਤ ਤਕੜਾ ਬਾਦਸ਼ਾਹ ਸੀ, ਤੇ ਅਫਗਾਨ ਫੌਜਾਂ ਨੂੰ ਵੀ ਇਹਨੇ ਹਰਾਤਾ ਸੀ। ਠੀਕ ਹੈ ਜੀ, ਤਾਂ ਇਹਨੇ ਬਹੁਤ ਘੱਟ ਇਹ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਹਰ ਇੱਕ ਲੜਾਈ ਇਹਨੇ ਜਿੱਤੀ ਹੈ। ਠੀਕ ਹੈ ਜੀ, ਹਰ ਇੱਕ ਲੜਾਈ ਇਹਦੀ ਜਿੱਤ ਹੋਈ ਸੀ ਕਿਉਂਕਿ ਇਹਦਾ ਲੜਨ ਦਾ ਢੰਗ ਬਹੁਤ ਤਕੜਾ ਸੀ। ਤਾਂ ਜਿਹੜੀ ਇਹਦੀ ਮੌਤ ਹੋਈ ਆ ਉਹ ਹੋਈ ਆ 1530 ਈਸਵੀ ਦੇ ਵਿੱਚ। ਠੀਕ ਹੈ ਜੀ, ਤਾਂ 1530 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਤਾਂ ਲਗਾਤਾਰ ਇਹਨੇ ਲੜਾਈਆਂ ਇਹ ਲੜੀਆਂ ਨੇ। ਤੇ ਇੱਕ ਇਹਦੀ ਟੌਂਬ ਬਾਰੇ ਤੁਹਾਨੂੰ ਪੁੱਛ ਲਿਆ ਜਾਂਦਾ, ਜਿਹੜੀ ਇਹਦੀ ਕਬਰ ਹੈ ਉਹ ਕਿੱਥੇ ਹੈ? ਉਹ ਕਾਬੁਲ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਉਹ ਕਾਬੁਲ ਦੇ ਵਿੱਚ ਇਹਦੀ ਟੌਂਬ ਹੈ, ਇਹ ਤੁਹਾਨੂੰ ਪੁੱਛ ਲਿਆ ਜਾਂਦਾ। ਤਾਂ ਇਹ ਜਿਹੜੇ ਸਾਰੇ ਫੈਕਟ ਨੇ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਿਓ ਕਿਉਂਕਿ ਇਹ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਪੁੱਛੇ ਜਾਂਦੇ ਨੇ, ਤੇ ਪਹਿਲਾਂ ਵੀ ਪੁੱਛੇ ਗਏ ਨੇ। ਤੁਸੀਂ ਪੇਪਰ ਚੈੱਕ ਕਰ ਲਿਓ, ਬਾਬਰ ਦੇ ਵਿੱਚੋਂ ਤੁਹਾਨੂੰ ਜੇ ਕੁਐਸਚਨ ਆਉਂਦਾ ਤਾਂ ਆਪਣੇ ਸੈਸ਼ਨ ਦੇ ਵਿੱਚੋਂ ਹੀ ਆਊਗਾ, ਇਹ ਤੋਂ ਬਾਹਰ ਨਹੀਂ ਆਊਗਾ। ਠੀਕ ਹੈ ਜੀ, ਤਾਂ ਇਹ ਜਿਹੜੇ ਫੈਕਟ ਨੇ ਇਹ ਸਾਰੇ ਤੁਸੀਂ ਕਵਰ ਕਰ ਲੈਣੇ। ਪਹਿਲਾ ਜਿਹੜਾ ਕੁਐਸਚਨ ਹੈ, ਮੁਗਲ ਸਲਤਨਤ ਦਾ ਸੰਸਥਾਪਕ ਕੌਣ ਸੀ? ਹੂ ਵਾਜ਼ ਦੀ ਫਾਊਂਡਰ ਆਫ ਮੁਗਲ ਸਲਤਨਤ? ਬਾਬਰ, ਅਕਬਰ, ਔਰੰਗਜ਼ੇਬ ਜਾਂ ਜਹਾਂਗੀਰ? ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਕੁਐਸਚਨ ਤੁਹਾਨੂੰ ਇਹੋ ਜਿਹੇ ਪੁੱਛੇ ਜਾਣਗੇ ਮੁਗਲ ਸਲਤਨਤ ਦੇ ਵਿੱਚੋਂ। ਠੀਕ ਹੈ ਜੀ, ਤਾਂ ਮੁਗਲ ਸਲਤਨਤ ਦਾ ਸੰਸਥਾਪਕ ਕੌਣ ਸੀ? ਕਿਹਨੇ ਸਥਾਪਨਾ ਕੀਤੀ ਮੁਗਲਿਆ ਸਲਤਨਤ ਦੀ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਲਾਸਟ ਜਿਹੜੀ ਡਾਇਨੈਸਟੀ ਸੀ ਆਪਣੀ ਲੋਧੀ ਡਾਇਨੈਸਟੀ ਸੀ, ਤੇ ਜਿਹੜਾ ਲਾਸਟ ਰੂਲਰ ਸੀਗਾ ਉਹ ਕੌਣ ਸੀ? ਇਬਰਾਹਿਮ ਲੋਧੀ। ਠੀਕ ਹੈ ਜੀ, ਤਾਂ ਇਬਰਾਹਿਮ ਲੋਧੀ ਦੇ ਨਾਲ ਕਿਹਦੀ ਲੜਾਈ ਹੋਈ ਸੀ? ਉਹ ਹੋਈ ਸੀ ਬਾਬਰ ਦੀ। ਠੀਕ ਹੈ ਜੀ, ਬਾਬਰ ਦੀ ਲੜਾਈ ਹੋਈ ਸੀ। ਕਦੋਂ ਹੋਈ ਸੀ? 1526 ਈਸਵੀ ਦੇ ਵਿੱਚ ਹੋਈ ਸੀ ਬੈਟਲ ਆਫ ਪਾਣੀਪਤ। ਠੀਕ ਹੈ ਜੀ, ਬੈਟਲ ਆਫ ਪਾਣੀਪਤ, ਜਿਹਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਤਾ ਸੀ ਤੇ ਮੁਗਲਿਆ ਸਲਤਨਤ ਦੀ ਸਥਾਪਨਾ ਕੀਤੀ ਸੀ। ਤੇ ਬਾਬਰ ਨੂੰ ਇਨਵਾਈਟ ਕਿਹਨੇ ਕੀਤਾ ਸੀ? ਦੌਲਤ ਖਾਨ ਲੋਧੀ ਨੇ, ਜਿਹੜਾ ਕਿ ਪੰਜਾਬ ਦਾ ਗਵਰਨਰ ਸੀ। ਠੀਕ ਹੈ ਜੀ, ਤਾਂ ਇਹਨੇ ਇਨਵਾਈਟ ਕੀਤਾ ਸੀ ਕਿਉਂਕਿ ਇਹ ਸਾਰੇ ਇਬਰਾਹਿਮ ਲੋਧੀ ਤੋਂ ਤੰਗ ਆ ਚੁੱਕੇ ਸੀ, ਤਾਂ ਕਰਕੇ ਇਹਨੂੰ ਇਨਵਾਈਟ ਕੀਤਾ ਸੀ। ਤਾਂ ਉਸ ਤੋਂ ਬਾਅਦ ਮੁਗਲਿਆ ਸਲਤਨਤ ਮਤਲਬ ਇਹਦੀ ਸਥਾਪਨਾ ਕੀਤੀ ਸੀ ਬਾਬਰ ਨੇ। ਤਾਂ ਕਦੋਂ ਕੀਤੀ ਸੀ? 1526 ਦੇ ਵਿੱਚ ਬੈਟਲ ਆਫ ਪਾਣੀਪਤ। ਅਗਲਾ ਜਿਹੜਾ ਕੁਐਸਚਨ ਹੈ, ਕਿਹੜਾ ਮੁਗਲ ਬਾਦਸ਼ਾਹ ਕਲੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ? ਵਿਚ ਮੁਗਲ ਐਂਪਰਰ ਵਾਜ਼ ਆਲਸੋ ਨੋਨ ਐਜ਼ ਕਲੰਦਰ? ਬਾਬਰ, ਅਕਬਰ, ਔਰੰਗਜ਼ੇਬ ਜਾਂ ਜਹਾਂਗੀਰ? ਤਾਂ ਇਹੋ ਜਿਹੇ ਨਾਮ ਵੀ ਮਤਲਬ ਦਿੱਤੇ ਗਏ। ਤਾਂ ਇਹ ਜਿਹੜਾ ਨਾਮ ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹਦਾ? ਇਹ ਬਾਬਰ ਦਾ। ਬਾਬਰ ਨੂੰ ਕਲੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਠੀਕ ਹੈ ਜੀ, ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ। ਤਾਂ ਇਹਦਾ ਆਨਸਰ ਆਊ ਆਨਸਰ ਨੰਬਰ 1 ਬਾਬਰ। ਅਗਲਾ ਜਿਹੜਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਲੜਾਈ ਵਿੱਚ ਤੋਪਾਂ ਦਾ ਪਹਿਲੀ ਵਾਰ ਇਸਤੇਮਾਲ ਹੋਇਆ? ਕੈਨਨ ਵਾਜ਼ ਫਸਟ ਯੂਜ਼ਡ ਇਨ ਵਿਚ ਆਫ ਦੀ ਫੋਲੋਇੰਗ ਬੈਟਲ? ਬੈਟਲ ਆਫ ਪਲਾਸੀ, ਬੈਟਲ ਆਫ ਪਾਣੀਪਤ ਫਸਟ, ਬੈਟਲ ਆਫ ਬਕਸਰ ਜਾਂ ਬੈਟਲ ਆਫ ਪਾਣੀਪਤ ਸੈਕਿੰਡ? ਤਾਂ ਇਹੋ ਜਿਹੇ ਕੁਐਸਚਨ ਇਹ ਬਹੁਤ ਡੀਪਲੀ ਕੁਐਸਚਨ ਹੈ ਜਿਹੜਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਇਹ PPSC ਦੇ ਪੇਪਰਾਂ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈ। ਤੁਹਾਨੂੰ ਕਿਸੇ ਵੀ ਪੇਪਰ ਦੇ ਵਿੱਚ ਇਹ ਦੇਖਣ ਨੂੰ ਮਿਲ ਸਕਦਾ ਹੈ, ਪੁੱਛਿਆ ਵੀ ਗਿਆ ਬਹੁਤ ਵਾਰੀ ਤੇ ਤੁਹਾਨੂੰ ਅੱਗੇ ਵੀ ਪੁੱਛਿਆ ਜਾਊਗਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਕੈਨਨ ਦਾ ਜਿਹੜਾ ਇਸਤੇਮਾਲ ਹੋਇਆ, ਤੋਪਾਂ ਦਾ ਪਹਿਲੀ ਵਾਰੀ ਯੂਜ਼ ਹੋਇਆ, ਉਹ ਕਦੋਂ ਹੋਇਆ? ਤਾਂ ਇਹ ਬਹੁਤ ਕਨਫਿਊਜ਼ਿੰਗ ਕੁਐਸਚਨ ਹੈ, ਇਹਦੇ ਵਿੱਚ ਬੱਚੇ ਇਹ ਕੁਐਸਚਨ ਨੂੰ ਗਲਤ ਕਰਕੇ ਆਉਂਦੇ ਆ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ। ਠੀਕ ਹੈ ਜੀ, ਬੈਟਲ ਆਫ ਪਾਣੀਪਤ ਫਸਟ,
क्योंकि पानीपत ਦੀਆਂ 3 ਲੜਾਈਆਂ ਹੋਈਆਂ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਤਾਂ ਪਹਿਲੀ ਜਿਹੜੀ ਲੜਾਈ ਹੋਈ ਸੀ ਪਾਨੀਪਤ ਦੀ 1526 ਦੇ ਵਿੱਚ। ਠੀਕ ਹੈ ਜੀ। 1526 ਦੇ ਵਿੱਚ ਕਿਹਦੇ ਨਾਲ ਹੋਈ ਸੀ? ਬਾਬਰ ਵਰਸਸ ਇਬਰਾਹਿਮ ਲੋਧੀ। ਤਾਂ ਉਹਦੇ ਵਿੱਚ ਜਿਹੜਾ ਯੂਜ਼ ਹੋਇਆ ਤੋਪਾਂ ਦਾ ਇਸਤੇਮਾਲ, ਤਾਂ ਬਾਬਰ ਨੇ ਪਹਿਲੀ ਵਾਰੀ ਤੋਪਾਂ ਦਾ ਇਸਤੇਮਾਲ ਕੀਤਾ ਸੀ। ਤਾਂ ਆਨਸਰ ਨੰਬਰ 2 ਆਊਗਾ ਬਾਏ ਬਾਬਰ। ਠੀਕ ਹੈ ਜੀ। ਬਾਬਰ ਨੇ ਤੋਪਾਂ ਦਾ ਇਸਤੇਮਾਲ ਕੀਤਾ ਸੀ, ਤਾਂ ਕਰਕੇ ਜਿਹੜਾ ਬਾਬਰ ਸੀ ਉਹ ਕਿਸੇ ਤੋਂ ਨਹੀਂ ਹਾਰਦਾ ਸੀ। ਠੀਕ ਹੈ ਜੀ। ਇਹਦਾ ਜਿਹੜਾ ਲੜਨ ਦਾ ਢੰਗ ਸੀ ਇਹ ਸਭ ਤੋਂ ਵੱਖਰਾ ਹੁੰਦਾ ਸੀ, ਮਤਲਬ ਆਧੁਨਿਕ ਇਹਦੇ ਕੋਲੇ ਸਭ ਹਥਿਆਰ ਸੀਗੇ। ਠੀਕ ਹੈ। ਤੋਪਾਂ ਦਾ ਮਤਲਬ ਬਰੂਦ ਦਾ ਹਰ ਇੱਕ ਚੀਜ਼ ਦਾ ਇਹਨੇ ਇਸਤੇਮਾਲ ਕੀਤਾ ਜਿੱਤਣ ਦੇ ਲਈ, ਤਾਂ ਕਰਕੇ ਇਹ ਜਿੱਤ ਜਾਂਦਾ ਸੀ ਹਰ ਇੱਕ ਲੜਾਈ। ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬੈਟਲ ਆਫ ਪਾਨੀਪਤ ਫਸਟ 1526 ਈਸਵੀ ਦੇ ਵਿੱਚ ਬਾਬਰ ਵਰਸਸ ਇਬਰਾਹਿਮ ਲੋਧੀ ਤੇ ਬਾਬਰ ਦੀ ਜਿੱਤ ਹੋਈ ਸੀ। ਅਗਲਾ ਜਿਹੜਾ ਕੁਐਸਚਨ ਹੈ, ਬਾਬਰ ਦੀ ਕਬਰ ਕਿੱਥੇ ਸਥਿਤ ਹੈ? ਵੇਅਰ ਇਜ਼ ਦੀ ਟੌਂਬ ਆਫ ਬਾਬਰ? ਤਾਂ ਆਗਰਾ, ਦਿੱਲੀ, ਕਾਬੁਲ ਜਾਂ ਔਰੰਗਾਬਾਦ। ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਡਾਇਰੈਕਟ ਪੇਪਰਾਂ ਦੇ ਵਿੱਚ। ਇਹ ਪਹਿਲਾਂ ਪੁੱਛੇ ਵੀ ਗਏ ਨੇ ਅਤੇ ਅੱਗੇ ਵੀ ਤੁਹਾਨੂੰ ਇਹ ਆਉਣ ਦੀ ਪੂਰੀ ਸੰਭਾਵਨਾ ਹੈ। ਜਿਹੜਾ ਤੁਹਾਡਾ ਕੁਐਸਚਨ ਬਣਦਾ ਹੁੰਦਾ ਉਹ ਉਸ ਟੌਪਿਕ ਦੇ ਵਿੱਚੋਂ ਹੀ ਬਣਦਾ ਜਿੱਥੇ ਮਤਲਬ ਕਿਸੇ ਨੇ ਕੁਝ ਖਾਸ ਚੀਜ਼ ਕੀਤੀ ਹੈ। ਠੀਕ ਹੈ। ਕਿਸੇ ਨੇ ਕੋਈ ਇਮਾਰਤ ਬਣਾਈ ਹੈ ਜਾਂ ਕੋਈ ਖਾਸ ਲੜਾਈ ਲੜੀ ਹੈ ਜਿਹਦੇ ਵਿੱਚ ਉਹਦੀ ਜਿੱਤ ਹੋਈ ਹੈ ਜਾਂ ਕਿਸੇ ਨੂੰ ਹਰਾਇਆ ਉਹਨੇ, ਤਾਂ ਉੱਥੋਂ ਕੁਐਸਚਨ ਬਣਦਾ ਹੁੰਦਾ। ਠੀਕ ਹੈ ਜੀ। ਤਾਂ ਕੁਐਸਚਨ ਆਪਣੇ ਤੁਸੀਂ ਕਿੰਨੇ ਵੀ ਸੈਸ਼ਨ ਆਪਣੇ ਜਿਹੜੇ ਆਪਣੇ ਅਪਲੋਡ ਹੋਏ ਨੇ ਇਸ ਤੋਂ ਪਹਿਲਾਂ ਉਹ ਸਾਰੇ ਤੁਸੀਂ ਸੀਰੀਜ਼ ਵਾਈਜ਼ ਲਗਾਇਓ, ਤਾਂ ਕਰਕੇ ਤੁਹਾਨੂੰ ਮੀਡੀਵਲ ਹਿਸਟਰੀ ਦੀ ਵਧੀਆ ਤਰੀਕੇ ਨਾਲ ਸਮਝ ਆ ਸਕੇ। ਠੀਕ ਹੈ ਜੀ। ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ। ਇਸ ਤੋਂ ਇਲਾਵਾ ਆਪਣੇ ਪੰਜਾਬ ਜੀਕੇ ਦੇ ਕਈ ਸੈਸ਼ਨ ਅਪਲੋਡਡ ਨੇ ਆਲਰੇਡੀ, ਜਿਹਦੇ ਵਿੱਚ ਆਪਾਂ ਰੈਂਡਮ ਸੈਸ਼ਨ ਵੀ ਕੀਤੇ ਨੇ, ਜਿਹਦੇ ਵਿੱਚ ਆਪਾਂ ਰੈਂਡਮ ਕੁਐਸਚਨ ਅਟੈਂਪਟ ਕਰਵਾਏ ਨੇ। ਇਸ ਤੋਂ ਇਲਾਵਾ ਆਪਾਂ ਟੌਪਿਕ ਵਾਈਜ਼ ਵੀ ਆਪਾਂ ਹਰ ਇੱਕ ਸੈਸ਼ਨ ਦੇ ਆਪਾਂ ਲੈ ਕੇ ਆਏ ਹਾਂ, ਅਤੇ ਸਪੈਸ਼ਲ ਸੈਸ਼ਨ ਵੀ ਆਪਣੇ ਪਏ ਨੇ ਜਿਹਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਵੀਡੀਓਜ਼ ਅਪਲੋਡ ਕੀਤੀਆਂ ਨੇ। ਸਾਰੇ ਸੈਸ਼ਨ ਆਪਣੇ ਚੈਨਲ 'ਤੇ ਅਪਲੋਡ ਨੇ, ਤਾਂ ਤੁਸੀਂ ਇੱਕ ਸੈਸ਼ਨ ਆਪਣਾ ਅਟੈਂਡ ਕਰਿਓ। ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਜਿੰਨੇ ਵੀ ਪੰਜਾਬ ਇੰਡੀਆ ਲੈਵਲ ਦੇ ਹੋਣਗੇ ਉਹਦੇ ਵਿੱਚ ਬਹੁਤ ਫਾਇਦਾ ਦੇਣਗੇ। ਠੀਕ ਹੈ ਜੀ। ਤੁਹਾਡਾ ਬੇਸ ਸਟਰੋਂਗ ਹੋ ਜਾਏਗਾ। ਠੀਕ ਹੈ। ਤਾਂ ਹਰ ਇੱਕ ਵੀਡੀਓ ਆਪਣੀ ਦੇਖੋ ਅਤੇ ਤੁਹਾਨੂੰ ਬਹੁਤ ਫਾਇਦਾ ਦੇਵੇਗੀ। ਬਾਬਰ ਦੀ ਕਬਰ ਕਿੱਥੇ ਹੈ? ਤਾਂ ਇਹਦਾ ਜਿਹੜਾ ਆਨਸਰ ਨੰਬਰ 3 ਆਊਗਾ, ਕਾਬੁਲ ਦੇ ਵਿੱਚ ਹੈ। ਠੀਕ ਹੈ ਜੀ। ਕਾਬੁਲ ਦੇ ਵਿੱਚ ਬਾਬਰ ਦੀ ਕਬਰ ਹੈ। ਅਗਲਾ ਜਿਹੜਾ ਕੁਐਸਚਨ ਹੈ, ਬਾਬਰ ਤੋਂ ਅਗਲਾ ਸੁਲਤਾਨ ਕੌਣ ਸੀ? ਇਹ ਤੁਹਾਨੂੰ ਸੀਰੀਜ਼ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਸੀਰੀਜ਼ ਤੁਹਾਨੂੰ ਐਗਜ਼ੈਕਟ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤਾਂ ਕਿ ਕਿਹੜੇ ਮਤਲਬ ਬਾਦਸ਼ਾਹ ਆਪਣੇ ਮੁਗਲੀਆ ਸਲਤਨਤ ਦੇ, ਕਿਉਂਕਿ ਮੁਗਲੀਆ ਸਲਤਨਤ ਦੇ ਵਿੱਚੋਂ ਕੁਐਸਚਨ ਬਣਦਾ ਹੀ ਬਣਦਾ। ਠੀਕ ਹੈ। ਹਰ ਵਾਰ ਕੁਐਸਚਨ ਪੁੱਛਿਆ ਜਾਂਦਾ। ਤਾਂ ਬਾਬਰ ਤੋਂ ਅਗਲਾ ਸੁਲਤਾਨ ਕੌਣ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਉਹ ਸੀਗਾ ਬਾਬਰ। ਠੀਕ ਹੈ ਜੀ। ਸਭ ਤੋਂ ਪਹਿਲਾਂ ਬਾਬਰ ਸੀਗਾ। ਇਸ ਤੋਂ ਬਾਅਦ ਸੀਗਾ ਹੁਮਾਯੂੰ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 1 ਆਊਗਾ, ਬਾਬਰ, ਹੁਮਾਯੂੰ, ਅਕਬਰ। ਠੀਕ ਹੈ ਜੀ। ਉਸ ਤੋਂ ਬਾਅਦ ਜਹਾਂਗੀਰ, ਫਿਰ ਸ਼ਾਹਜਹਾਂ, ਫਿਰ ਔਰੰਗਜ਼ੇਬ। ਠੀਕ ਹੈ। ਤੁਹਾਨੂੰ ਸੀਰੀਜ਼ ਪਤਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਬਾਬਰ ਆਊ, ਫਿਰ ਹੁਮਾਯੂੰ, ਫਿਰ ਅਕਬਰ, ਫਿਰ ਜਹਾਂਗੀਰ, ਫਿਰ ਸ਼ਾਹਜਹਾਂ, ਫਿਰ ਔਰੰਗਜ਼ੇਬ। ਠੀਕ ਹੈ। ਤਾਂ ਇਹ ਤੁਸੀਂ ਸੀਰੀਜ਼ ਲਿਖ ਲਿਓ, ਨੋਟ ਕਰ ਲਿਓ ਜਿਵੇਂ ਮੈਂ ਤੁਹਾਨੂੰ ਦੱਸੀ ਹੈ। ਤਾਂ ਬਾਬਰ ਤੋਂ ਅਗਲਾ ਸੁਲਤਾਨ ਕਿਹੜਾ ਸੀ? ਹੁਮਾਯੂੰ। ਇਹਦਾ ਆਨਸਰ ਨੰਬਰ 1 ਆਊਗਾ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਤੁਹਾਨੂੰ ਸੀਰੀਜ਼ ਪੁੱਛ ਲਈ ਜਾ ਸਕਦੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਥੋਂ 1 ਨੰਬਰ ਦਾ ਕੁਐਸਚਨ ਬਣਦਾ ਹੀ ਬਣਦਾ। ਅਗਲਾ ਜਿਹੜਾ ਕੁਐਸਚਨ ਹੈ, ਖਾਨਵਾ ਦੀ ਲੜਾਈ 1527 ਈਸਵੀ ਦੇ ਵਿੱਚ ਜਿਹੜੀ ਲੜੀ ਗਈ, ਰਾਣਾ ਸਾਂਗਾ ਅਤੇ ਡੈਸ਼ ਵਿਚਕਾਰ ਲੜੀ ਗਈ। ਬੈਟਲ ਆਫ ਖਾਨਵਾ 1527 ਫਾਊਟ ਬਿਟਵੀਨ ਰਾਣਾ ਸਾਂਗਾ ਐਂਡ ਡੈਸ਼, ਬਾਬਰ, ਅਕਬਰ, ਔਰੰਗਜ਼ੇਬ ਜਾਂ ਜਹਾਂਗੀਰ। ਤਾਂ ਇੱਕ ਕਾਮਨ ਸੈਂਸ ਦਾ ਕੁਐਸਚਨ ਵੀ ਹੈ। ਜੇਕਰ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਦਿਮਾਗ ਦਾ ਇਸਤੇਮਾਲ ਕੀਤਾ ਤਾਂ ਤੁਸੀਂ ਇਹ ਕੁਐਸਚਨ ਨੂੰ ਈਜ਼ੀਲੀ ਅਟੈਂਪਟ ਕਰ ਸਕਦੇ ਹੋ। ਉਹ ਕਿਵੇਂ? ਕਿਉਂਕਿ 1526 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿਹੜੀ ਬੈਟਲ ਹੋਈ ਸੀ? ਬੈਟਲ ਆਫ ਪਾਨੀਪਤ। ਠੀਕ ਹੈ ਜੀ। ਤਾਂ 1526-27 ਇਹਦੇ ਇਰਦ ਗਿਰਦ ਜਿੰਨੀਆਂ ਲੜਾਈਆਂ ਹੋਈਆਂ ਇਹ ਸਾਰੀਆਂ ਕਿਹਨੇ ਲੜੀਆਂ? ਅਕਬਰ ਦਾ ਤਾਂ ਰਾਜ ਹੀ ਨਹੀਂ ਸੀ, ਔਰੰਗਜ਼ੇਬ ਵੀ ਲਾਸਟ 'ਚ ਆਇਆ। ਠੀਕ ਹੈ ਜੀ। ਜਹਾਂਗੀਰ ਵੀ ਬਾਅਦ 'ਚ ਆਇਆ। ਤਾਂ ਕਿਹੜਾ ਸੀ ਉਦੋਂ? ਬਾਬਰ ਸੀਗਾ। ਤਾਂ ਇਹਦਾ ਆਨਸਰ ਆਊਗਾ 1, ਆਨਸਰ ਨੰਬਰ 1 ਆਊਗਾ, ਬਾਬਰ ਸੀਗਾ। ਤਾਂ ਬਾਬਰ ਦੀ ਲੜਾਈ ਹੋਈ ਸੀ ਖਾਨਵਾ ਦੀ। ਠੀਕ ਹੈ ਜੀ। ਤਾਂ ਰਾਣਾ ਸਾਂਗਾ ਅਤੇ ਬਾਬਰ ਦੇ ਵਿਚਕਾਰ ਹੋਈ ਸੀ ਅਤੇ ਜਿਹਦੇ ਵਿੱਚ ਬਾਬਰ ਹੀ ਜਿੱਤਿਆ ਸੀ। ਠੀਕ ਹੈ ਜੀ। ਕਿਉਂਕਿ ਬਾਬਰ ਹੀ ਮੋਸਟਲੀ ਲੜਾਈਆਂ ਨੂੰ ਜਿੱਤਿਆ, ਬਹੁਤ ਸਟਰੋਂਗ ਬਾਦਸ਼ਾਹ ਸੀ। ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਕੁਐਸਚਨ ਹੈ, ਬਾਬਰਨਾਮਾ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਰਚਨਾ ਹੈ? ਬਾਬਰਨਾਮਾ ਰੋਟ ਇਨ ਵਿਚ ਲੈਂਗੁਏਜ? ਤਰਕਿਸ਼, ਅਰੈਬਿਕ, ਪਰਸ਼ੀਅਨ ਜਾਂ ਸੰਸਕ੍ਰਿਤ? ਇਹ ਕੁਐਸਚਨ ਮੈਂ ਮਤਲਬ ਤੁਹਾਡੇ ਲਈ ਰੱਖਿਆ ਕਿਉਂਕਿ ਇਹਦੇ ਵਿੱਚ ਬੱਚੇ ਕਨਫਿਊਜ਼ ਹੋਣਗੇ। ਠੀਕ ਹੈ। ਤੁਹਾਨੂੰ ਡਾਊਟ ਵੀ ਹੋਊਗਾ ਕਿ ਤੁਸੀਂ ਮਤਲਬ ਜੋ ਤੁਸੀਂ ਗੂਗਲ 'ਤੇ ਇਹਨੂੰ ਸਰਚ ਕਰੋਗੇ ਤਾਂ ਇਹ ਤੁਹਾਨੂੰ ਪਰਸ਼ੀਅਨ ਲੈਂਗੁਏਜ ਦਿਖਾਊਗਾ। ਜੋ ਤੁਸੀਂ ਇਹ ਸਰਚ ਕਰੋਗੇ ਕਿ ਬਾਬਰਨਾਮਾ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਤਾਂ ਇਹ ਤੁਹਾਨੂੰ ਪਰਸ਼ੀਅਨ ਲੈਂਗੁਏਜ ਦਿਖਾਊਗਾ। ਬਟ ਐਗਜ਼ੈਕਟ ਜੇ ਤੁਸੀਂ ਇਹਦੇ ਬਾਰੇ ਪੜ੍ਹੋਗੇ, ਤੁਸੀਂ ਡਿਟੇਲ ਦੇ ਵਿੱਚ ਪੜ੍ਹਿਆ ਹੋਇਆ ਬਾਬਰ ਬਾਰੇ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਬਾਬਰਨਾਮਾ ਟਰਕਿਸ਼ ਲੈਂਗੁਏਜ ਦੇ ਵਿੱਚ ਲਿਖਿਆ ਗਿਆ, ਨਾ ਕਿ
ਪਰਸ਼ੀਅਨ ਦੇ ਵਿੱਚ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 1 ਆਊ। ਜੇ ਤੁਹਾਨੂੰ ਪੇਪਰ ਦੇ ਵਿੱਚ ਵੀ ਆਵੇ ਤਾਂ ਇਹ ਟਰਕਿਸ਼ ਲੈਂਗੁਏਜ ਲਾ ਕੇ ਆਇਓ, ਠੀਕ ਹੈ ਜੀ। ਤਾਂ ਤੁਹਾਡਾ ਸਹੀ ਹੋਊਗਾ, ਕਿਉਂਕਿ ਬਾਬਰ ਨੇ ਇਹ ਤੁਰਕੀ ਭਾਸ਼ਾ ਦੇ ਵਿੱਚ ਹੀ ਲਿਖਿਆ ਸੀ ਜਿਹੜਾ ਬਾਬਰਨਾਮਾ ਸੀ। ਬਾਬਰਨਾਮਾ ਇਹਦੀ ਆਟੋਬਾਇਓਗ੍ਰਾਫੀ ਹੈ ਬਾਬਰ ਦੀ, ਠੀਕ ਹੈ, ਆਟੋਬਾਇਓਗ੍ਰਾਫੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਟ ਇਹਦਾ ਟਰਾਂਸਲੇਸ਼ਨ ਹੋਇਆ ਸੀਗਾ ਤੁਜਕੇ ਬਾਬਰੀ। ਕਿਹਨੇ ਕੀਤਾ ਸੀ? ਅਬਦੁਲ ਰਹੀਮ ਖਾਨੇ ਖਾਨਾ। ਤਾਂ ਉਹਨੇ ਪਰਸ਼ੀਅਨ ਲੈਂਗੁਏਜ ਦੇ ਵਿੱਚ ਕੀਤਾ ਸੀ, ਇਹ ਤੁਹਾਨੂੰ ਪਤਾ ਹੋਣਾ। ਉਹਦੀ ਟਰਾਂਸਲੇਸ਼ਨ ਜ਼ਰੂਰ ਪਰਸ਼ੀਅਨ ਤਾਂ ਬਟ ਜਿਹੜਾ ਐਗਜ਼ੈਕਟ ਬਾਬਰਨਾਮਾ ਲਿਖਿਆ ਗਿਆ ਉਹ ਟਰਕਿਸ਼ ਲੈਂਗੁਏਜ ਦੇ ਵਿੱਚ ਲਿਖਿਆ ਗਿਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ। ਆਟੋਬਾਇਓਗ੍ਰਾਫੀ ਇਹ ਬਾਬਰ ਦੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਬਾਬਰਨਾਮਾ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਬਾਬਰਨਾਮਾ ਰਚਨਾ ਦਾ ਅਨੁਵਾਦ ਤੁਜਕੇ ਬਾਬਰੀ ਨਾਮ ਨਾਲ ਕਿਸ ਨੇ ਕੀਤਾ? ਤਾਂ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਠੀਕ ਹੈ ਜੀ। ਕਿਹਨੇ ਕੀਤਾ? ਅਬਦੁਲ ਰਹੀਮ ਖਾਨੇ ਖਾਨਾ, ਠੀਕ ਹੈ ਜੀ। ਅਬਦੁਲ ਰਹੀਮ ਖਾਨੇ ਖਾਨਾ ਨੇ ਇਹਦਾ ਅਨੁਵਾਦ ਕੀਤਾ ਸੀ ਬਾਬਰਨਾਮਾ ਦਾ, ਤੁਜਕੇ ਬਾਬਰੀ। ਅਤੇ ਲੈਂਗੁਏਜ ਕਿਹੜੀ ਯੂਜ਼ ਕੀਤੀ ਸੀ? ਪਰਸ਼ੀਅਨ। ਤਾਂ ਇੱਥੇ ਪਰਸ਼ੀਅਨ ਆਊਗਾ। ਇਹ ਤੁਸੀਂ ਕੁਐਸਚਨ ਵਧੀਆ ਤਰੀਕੇ ਨਾਲ ਅਟੈਂਪਟ ਕਰਕੇ ਆਉਣਾ। ਤਾਂ ਅਗਲਾ ਜਿਹੜਾ ਕੁਐਸਚਨ ਹੈ, ਬਾਬਰ ਦੀ ਮੌਤ ਕਦੋਂ ਹੋਈ? ਠੀਕ ਹੈ, ਇਹ ਤੋਂ ਕੁਐਸਚਨ ਤੁਹਾਨੂੰ ਬਾਏ ਚਾਂਸ ਪੁੱਛਿਆ ਜਾ ਸਕਦਾ, ਕਿਉਂਕਿ ਹਰ ਇੱਕ ਫੈਕਟ ਤੁਹਾਡਾ ਕਲੀਅਰ ਹੋਣਾ ਚਾਹੀਦਾ, ਕਿਤੋਂ ਵੀ ਤੁਹਾਨੂੰ ਕੁਐਸਚਨ ਆ ਸਕਦਾ, ਠੀਕ ਹੈ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 2 ਆਊਗਾ। 1530 ਦੇ ਵਿੱਚ, ਕਿਉਂਕਿ 1529 ਤੱਕ ਇਹਦੇ ਲਗਾਤਾਰ ਯੁੱਧ ਨੇ ਲੜੇ ਆ ਅਤੇ 30 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਆਨਸਰ ਨੰਬਰ 2 ਆਊਗਾ। ਅੱਜ ਦੇ ਸੈਸ਼ਨ ਦਾ ਜਿਹੜਾ ਲਾਸਟ ਕੁਐਸਚਨ ਹੈ, ਠੀਕ ਹੈ ਜੀ, ਇਹ ਕੁਐਸਚਨ ਹੈ ਕਿ ਫਰਗਨਾ ਕਿਸ ਮੁਗਲ ਬਾਦਸ਼ਾਹ ਦਾ ਜਨਮ ਸਥਾਨ ਹੈ? ਠੀਕ ਹੈ, ਕੁਐਸਚਨ ਮਤਲਬ ਸੇਮ ਹੀ ਹੁੰਦੇ ਨੇ, ਬਟ ਇਹਨੂੰ ਪੁੱਛਣ ਦਾ ਤਰੀਕਾ ਜਿਹੜਾ ਉਹ ਚੇਂਜ ਹੋ ਜਾਂਦਾ। ਫਰਗਨਾ ਕਿਸ ਮੁਗਲ ਬਾਦਸ਼ਾਹ ਦਾ ਜਨਮ ਸਥਾਨ ਹੈ? ਤਾਂ ਫਰਗਨਾ ਇਜ਼ ਦੀ ਬਰਥ ਪਲੇਸ ਆਫ ਵਿਚ ਮੁਗਲ ਐਂਪਰਰ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 1 ਆਊਗਾ, ਠੀਕ ਹੈ ਜੀ, ਬਾਬਰ ਦਾ। ਤਾਂ ਫਰਗਨਾ ਕਿਹਦਾ ਬਰਥ ਪਲੇਸ ਹੈ? ਬਾਬਰ ਦਾ ਬਰਥ ਪਲੇਸ ਹੈ, ਠੀਕ ਹੈ ਜੀ। ਬਾਬਰ ਦਾ ਇੱਥੇ ਜਨਮ ਹੋਇਆ ਸੀ ਅਤੇ ਕਦੋਂ ਹੋਇਆ ਸੀ? 14 ਫਰਵਰੀ 1483 ਈਸਵੀ ਦੇ ਵਿੱਚ। ਤਾਂ ਹਰ ਇੱਕ ਫੈਕਟ ਮੈਂ ਤੁਹਾਡਾ ਇਹ ਵੀਡੀਓ ਦੇ ਵਿੱਚ ਕਲੀਅਰ ਕਰਵਾ ਦਿੱਤਾ ਹੈ। ਬਾਬਰ ਦੇ ਟੌਪਿਕ ਦੇ ਵਿੱਚੋਂ ਜੇਕਰ ਤੁਹਾਨੂੰ ਕੁਐਸਚਨ ਆਊਗਾ ਤਾਂ ਆਪਣੇ ਸੈਸ਼ਨ ਦੇ ਵਿੱਚੋਂ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ, ਠੀਕ ਹੈ ਜੀ। ਤਾਂ ਸੈਸ਼ਨ ਨੂੰ 2-3 ਵਾਰ ਰਿਵਾਈਜ਼ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਵਧੀਆ ਤਰੀਕੇ ਨਾਲ ਇਹ ਯਾਦ ਹੋ ਸਕਣ। ਅਤੇ ਨੋਟਸ ਆਪਣੇ ਨਾਲ ਖੁਦ ਬਣਾਓ, ਨੋਟ ਕਰਦੇ ਜਾਓ, ਠੀਕ ਹੈ ਜੀ, ਇੱਕ ਫੈਕਟ ਜਿਹੜਾ ਮੈਂ ਤੁਹਾਨੂੰ ਕਵਰ ਕਰਵਾਉਣਾ। ਅਤੇ ਅੱਗੇ ਵੀ ਆਪਣੀਆਂ ਵੀਡੀਓਜ਼ ਕੰਟੀਨਿਊ ਆਉਂਦੀਆਂ ਰਹਿਣਗੀਆਂ ਮੀਡੀਵਲ ਹਿਸਟਰੀ ਦੀਆਂ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਮਾਡਰਨ ਵੀ ਕਰਾਂਗੇ ਡਿਟੇਲ ਦੇ ਵਿੱਚ, ਅਤੇ ਮਤਲਬ ਆਪਣੀ ਜਿਹੜੀ ਲਗਾਤਾਰਤਾ ਉਹ ਆਪਣੀ ਬਣੀ ਰਹੂਗੀ, ਠੀਕ ਹੈ। ਆਪਾਂ ਲਗਾਤਾਰਤਾ ਤੁਹਾਡੀ ਟੁੱਟਣ ਨਹੀਂ ਦਿੰਦੇ, ਅਤੇ ਜੁੜੇ ਰਹੋ ਚੈਨਲ ਦੇ ਨਾਲ। ਤਾਂ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਆਪਾਂ ਲੈ ਕੇ ਆਵਾਂਗੇ। ਤੁਹਾਡੇ ਪੇਪਰ ਦੇ ਵਿੱਚੋਂ ਤੁਹਾਨੂੰ ਵਧੀਆ ਮਤਲਬ ਵਧੀਆ ਨੰਬਰ ਤੁਸੀਂ ਲਓਗੇ, ਵਧੀਆ ਸਕੋਰ ਕਰੋਗੇ, ਠੀਕ ਹੈ ਜੀ। ਤਾਂ ਆਪਣੀ ਮਿਹਨਤ ਜਾਰੀ ਰੱਖੋ, ਕਿਉਂਕਿ ਪੇਪਰਾਂ ਦਾ ਕੁਛ ਨਹੀਂ ਪਤਾ ਕਿ ਪੇਪਰ ਤੁਹਾਨੂੰ ਕਦੋਂ ਸਰਕਾਰ ਦੁਆਰਾ ਅਨਾਊਂਸ ਕਰ ਦਿੱਤੇ ਜਾਣ। ਤਾਂ ਆਪਣੀ ਤਿਆਰੀ ਪਹਿਲਾਂ ਹੀ ਤੁਸੀਂ ਵਧੀਆ ਤਰੀਕੇ ਨਾਲ ਰੱਖੋ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।